ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਪੰਜਾਬ ਦੌਰਾ ਚਰਚਾ ਦੇ ਵਿੱਚ ਹੈ। ਕੇਂਦਰੀ ਖੇਤੀਬਾੜੀ ਮੰਤਰੀ ਖੇਤਾਂ ਦੇ ਵਿੱਚ ਬੈਠ ਕੇ ਕਿਸਾਨਾਂ ਨਾਲ ਖੁੰਡ ਚਰਚਾ ਕਰਦੇ ਨੇ। ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਨੂੰ ਡੂੰਘੇ ਹੁੰਦੇ ਪਾਣੀ, ਮੱਕੀ ਦੀ ਫਸਲ ਤੇ MSP, ਡੇਰੀ ਫਾਰਮਿੰਗ, ਫਸਲਾਂ ਦੀ ਮਾਰਕੀਟਿੰਗ ਸੰਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਨੇੜਲੇ ਪਿੰਡ ਖੇੜੀ ਗੰਡੀਆਂ ਵਿਖੇ ਕਿਸਾਨਾਂ ਦੇ ਮਸਲੇ ਸੁਣਨ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਸੇਵਾ ਭਗਵਾਨ ਦੀ ਪੂਜਾ ਦੇ ਬਰਾਬਰ ਹੈ, ਕਿਉਂਕਿ ਕਿਸਾਨ ਸਾਡੇ ਅੰਨਦਾਤਾ ਨੇ ਅਤੇ ਖੇਤੀ ਹੀ ਸਾਡੇ ਦੇਸ਼ ਦਾ ਆਧਾਰ ਹੈ। ਇਸ ਲਈ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਲਈ ਕਿਸਾਨ ਹਿੱਤ ਦੇ ਵਿੱਚ ਫੈਸਲੇ ਲੈਣ ਦੇ ਨਾਲ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਸੇ ਕੜੀ ਤਹਿਤ ਹੀ ਉਹ ਖੁਦ ਕਿਸਾਨਾਂ ਨੂੰ ਮਿਲਣ ਲਈ ਇੱਥੇ ਪਹੁੰਚੇ ਨੇ। ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਇੱਥੇ ਵਾਰ-ਵਾਰ ਮਿਲਣ ਲਈ ਆਉਂਦੇ ਰਹਿਣਗੇ। ਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਸ਼ਿਵਰਾਜ ਸਿੰਘ ਚੌਹਾਨ ਨੇ ਅੱਗੇ ਕਿਹਾ ਕਿ ਉਹ ਮੰਤਰੀ ਬਾਅਦ ਦੇ ਵਿੱਚ ਨੇ ਤੇ ਪਹਿਲਾਂ ਕਿਸਾਨ ਨੇ ਖੇਤਾਂ ਦੇ ਵਿੱਚ ਟਰੈਕਟਰ ਚਲਾ ਕੇ ਖੁਦ ਖੇਤੀ ਜਿਉਣ ਦੀ ਕੋਸ਼ਿਸ਼ ਕਰਦੇ ਨੇ। ਕਿਸਾਨੀ ਮਸਲਿਆਂ ਨੂੰ ਸਮਝਣਾ, ਫਤਿਹ ਕਿਸਾਨਾਂ ਦੇ ਸੁਝਾਅ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਮਿਲ ਕੇ ਕਿਸਾਨਾਂ ਦੇ ਹਿੱਤ ਲਈ ਕੰਮ ਕਰਨਗੀਆਂ। ਮੰਤਰੀ ਨੇ ਕਿਹਾ ਕਿ ਧਰਤੀ ਹੇਠ ਪਾਣੀ ਡੂੰਘਾ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਿੰਧੂ, ਜੇਹਲਮ ਤੇ ਚਨਾਬ ਦਾ ਪਾਣੀ ਪੰਜਾਬ ਅਤੇ ਹਰਿਆਣਾ ਦੋਵਾਂ ਤੇ ਵੀ ਕੰਮ ਆਵੇ, ਇਸ ਦੀ ਕੋਸ਼ਿਸ਼ ਜਾਰੀ ਰਹੇਗੀ। ਸਿੱਧੀ ਬਿਜਾਈ ਨੂੰ ਕਾਫੀ ਹੱਦ ਤੱਕ ਬਚਾ ਸਕਦੀ ਹੈ। ਇਸ ਲਈ ਪਾਣੀ, ਝੋਨਾ ਤੇ ਕਿਸਾਨਾਂ ਨੂੰ ਲੈ ਕੇ ਕਈ ਐਲਾਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਦੂਜੇ ਪਾਸੇ ਇਹ ਵੀ ਚਰਚਾ ਸੀ ਕਿ ਕੇਂਦਰੀ ਮੰਤਰੀ ਦੌਰਾ ਤਾਂ ਕਰ ਰਹੇ ਨੇ, ਲੇਕਿਨ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲਣਗੇ, ਕਿਉਂਕਿ ਕਿਸਾਨਾਂ ਦੀ ਜੋ ਧਰਨਾ ਸੀਗਾ ਕਾਫੀ ਲੰਬੇ ਸਮੇਂ ਤੱਕ ਚੱਲਿਆ। ਇਸ ਤੋਂ ਬਾਅਦ ਡੱਲੇਵਾਲ ਨੇ ਮਰਨ ਵਰਤ ਵੀ ਰੱਖਿਆ, ਉਹਨਾਂ ਨੇ ਮਰਨ ਵਰਤ ਖੋਲ੍ਹ ਵੀ ਲਿਆ, ਲੇਕਿਨ ਕਿਸਾਨਾਂ ਦੀਆਂ ਮੰਗਾਂ ਅਜੇ ਵੀ ਪੂਰੀਆਂ ਨਹੀਂ ਹੋਈਆਂ ਨੇ। ਤੇ ਇਹ ਚਰਚਾ ਸੀ ਕਿ ਕੀ ਕੇਂਦਰੀ ਮੰਤਰੀ ਮੁਲਾਕਾਤ ਕਰ ਸਕਦੇ ਨੇ, ਲੇਕਿਨ ਅਜੇ ਤੱਕ ਉਵੇਂ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਤੇ ਕਿਸਾਨਾਂ ਨੂੰ ਮਿਲੇ ਨੇ, ਉਹਨਾਂ ਨੇ ਚਰਚਾ ਕੀਤੀ ਹੈ, ਲੇਕਿਨ ਕਿਸਾਨ ਜਥੇਬੰਦੀਆਂ ਦਾ ਕੋਈ ਜ਼ਿਕਰ ਨਹੀਂ ਹੈ। बहुत बड़ी हिम्मत जी ने इन्होंने वादा गल की है कि रेट वगैरह वध घट रहे, उस पासे भी सरकार मिलकर ध्यान करांगे। खेती साडे देश की जड़ा है, ये जड़ा नूं मजबूत करना नाल मिल के सारा का साडा फर्ज है। तुसीं ये प्रोग्राम रखिया, मंत्री जी होरां ने इस नूं देख के थोड़े नाल कुछ विचार वटांदरे, कई बारी दूरों गल्लां होया करदियां ने, थोड़े विच मेल मिलाप करके बहुत सारियां ਜਿਹੜੀਆਂ ਵਿਚਾਰਾਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ। ਇਹਦਾ ਫਾਇਦਾ ਆਪਣੇ ਮੁਲਕ ਨੂੰ, ਲੋਕਾਂ, ਕਿਸਾਨਾਂ ਨੂੰ, ਸਰਕਾਰਾਂ ਨੂੰ, ਸਾਰਿਆਂ ਨੂੰ ਹੋਣਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸਰ ਇੱਕ ਸੁਝਾਅ ਹੋ ਗਿਆ ਜੀ। ਸਰ ਇਹ ਹੈ ਪੰਜਾਬ ਸਰਕਾਰ ਦਾ ਮੈਟਰ ਥੋੜਾ ਜਿਹਾ ਕੁਲਵਿੰਦਰ ਇੱਕ ਮਿੰਟ ਸਰ, ਇੱਕ ਸੁਝਾਅ ਹੋ ਗਿਆ ਜੀ। ਹੈ ਤਾਂ ਮੈਟਰ ਹੈ ਪੰਜਾਬ ਸਰਕਾਰ ਦਾ। ਸਰ ਜਿਵੇਂ ਨਾ ਸਾਡੇ ਨਹਿਰੀ ਪਾਣੀ ਹੈ ਜੀ, ਨਹਿਰੀ ਪਾਣੀ ਦਾ ਸੂਏ ਦਾ ਜਦੋਂ ਸੂਏ ਦਾ ਪਾਣੀ ਆਪਾਂ ਉਹ ਪੁਰਾਣੀ ਪਹਿਲਾਂ ਪਾਣੀ ਮੱਕੀ ਨੂੰ ਮਿਰਚਾਂ ਇਸ ਉਹਦੇ ਨਾਲ ਪਾਣੀ ਇੱਥੇ ਹੋਣਾ ਜਿਹੜਾ ਮੱਕੀ ਤਾਂ ਕਿਤੇ ਵੀ ਨਹੀਂ ਹੁੰਦੀ, ਠੰਡ ਹੀ ਨਹੀਂ ਹੁੰਦੀ, ਤੇ ਹੁਣ ਜੀਰੀ ਦੀ ਰੇਸ਼ੋ ਦੇ ਨਾਲ ਪਾਣੀ ਸੂਏ ਦਾ ਵਧਾਇਆ ਜਾਵੇ, ਉਹ ਬਹੁਤ ਜ਼ਰੂਰੀ ਹੈ ਜੀ। ਸੂਏ ਦਾ पानी ਵਧਾਉਣਾ ये आपने सुना तो सब चर्चा की। मैं तो अपने आप को मैं बहुत सौभाग्यशाली मानता हूँ कि आज में करें। मैं पंजाब की पवित्र धरती को प्रणाम करता हूँ और मैं धन्य हूँ जो आज यहाँ खेतों में आया हूँ अपने किसानों के बीच। कृषि मंत्री जी भी साथ है, पंजाब के सारे साइंटिस्ट डीसी हैं, केवीके के लोग हैं और किसान हैं, और मिलके हम सब लोगों ने आज चर्चा की है कि खेती बाड़ी और कैसे ठीक की जाए। मुझे बहुत खुशी है यहाँ डायरेक्ट सीडिंग करके धान की खेती करने वाले किसान मौजूद हैं, जिसके कारण पानी बहुत बचता है, कम समय में भी आ जाती है, तो खर्चा घटता है, मजदूरी घटती है। यहाँ मशरूम पैदा करने वाले, मक्का पैदा करने वाले, मिर्च पैदा करने वाले किसान भी हैं,
सबने अपने कुछ प्रयोग भी बताए और कुछ दिक्कतें भी बताई है। किसानों से चर्चा करके, संवाद करके और कैसे बेहतर हम किसानों की सेवा कर सकते हैं, देश की सेवा कर सकते हैं खेती माध्यम से, क्योंकि उत्पादन बढ़ाना है, लागत घटाना है, किसान का मुनाफा बढ़ाना है। इसके लिए हम लगातार काम कर रहे हैं और वो तभी होता है जब आप किसान के बीच खेतों में जाओगे, उनके साथ बैठोगे, वहां की खेती समझने की कोशिश करोगे। इसलिए विकसित कृषि संकल्प अभियान हमने चलाया है। दोनों सरकार मिलकर यहाँ पंजाब में भी साथ चला रही है, ताकि हमारे साइंटिस्ट सब जाए खेतों में किसानों के, औरों को यहाँ की माटी, यहाँ की जलवायु, यहाँ की माटी में कौन कौन से पोषक तत्व है, नाइट्रोजन कितना है, फास्फोरस कितना है, पोटास कितना है और कार्बन कितना है, ध्यान में रखते हुए इस एग्रो क्लाइमेटिक जोन में कौन सी फसल की किस्में ज्यादा बेटर हो सकती है, उसके बारे में भी किसानों को जानकारी दे रहे हैं। और किसानों को जिस तरह का शोध और रिसर्च चाहिए, कि समस्या ये है तो शोध वैसा होना चाहिए, नहीं कि दिल्ली में शोध कर लो, तो उसकी जानकारी भी वैज्ञानिक किसानों से ले रहे हैं। और मेरे लिए तो बहुत सौभाग्य का दिन है कि पंजाब के किसानों के बीच में आने का मौका मिला, उनकी सेवा करने का मौका मिला। मैं अपने आप को बहुत भाग्यशाली मानता हूँ। मीटिंग का भी पता चलता है उनके आगे रखी जाएगी, किसानों में मीटिंग होगी कोई? नहीं, अभी हम केवीके में मिलने वाले हैं, तो वहां भी चर्चा करने वाले। ये बड़ी मीटिंग और बड़ी सभा का कार्यक्रम नहीं है, ये तो छोटी संख्या में चर्चा करके चीजें समझ में आती है। तो केवीके में भी अभी एक मीटिंग करेंगे। किसान बार बार कहते हैं कि चावल हम नहीं उगाना चाहते, क्योंकि पंजाब की सरकार भी कहती है कि पानी से खत्म होता है, कोई और फसल उगाई जा सकती है। इसमें केंद्र क्या कर रहा है? क्योंकि अगर चाहता है, क्योंकि आपने जल समझौते की भी बात की, कृषि के विविधीकरण की, डाइवर्सिफिकेशन की आज जरूरत है, क्योंकि हम ऐसी किस्में भी और ऐसी फसलें भी उगाएं जो प्रॉफिट भी दे और पानी भी जिनमें बचे कम लगे, और कुल मिला के हमारी धरती भी आने वाली पीढ़ियों को अनाज देने वाली बनी रहे। तो डाइवर्सिफिकेशन की योजनाओं पर, यहाँ के वातावरण में कौन सी फसलें की जा सकती है, उन पर भी हम लोग काम कर रहे हैं। जहां तक सिंधु जल समझौते का सवाल है, वो पानी हमारा है। 80% पानी सिंधु झेलम चुनाव उसका पाकिस्तान को उस समय दे दिया गया। वो फैसला न्यायपूर्ण नहीं था। पंजाब प्यासा है, हरियाणा को जरूरत है, राजस्थान को जरूरत है पानी की, तो वो पानी हमारा है। अब हम उस पानी का उपयोग अपने किसानों के लिए करें।